ਹੈਲੋ ਦੋਸਤੋ, ਕੀ ਹਾਲ ਚਾਲ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਆਪਾਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਕਿ ਮਨੋਵਿਗਿਆਨ ਬਾਰੇ, ਕੀ ਹੁੰਦਾ ਹੈ ਮਨੋਵਿਗਿਆਨ ਤੇ ਮਨੋਵਿਗਿਆਨ ਦਾ ਇਤਿਹਾਸ ਕੀ ਰਿਹਾ ਸੀ। ਅੱਜ ਆਪਾਂ ਬਹੁਤ ਹੀ ਮਹੱਤਵਪੂਰਨ ਟੌਪਿਕ ਲੈ ਕੇ ਚੱਲਾਂਗੇ, ਜਿਹੜਾ ਆਪਾਂ ਨੂੰ ਐਨਟੀਟੀ, ਪੀਐਸ ਸਟੇਟ ਤੇ ਈਟੀਟੀ ਵਿੱਚ ਆਪਾਂ ਨੂੰ ਹੈਲਪਫੁਲ ਰਹਿੰਦਾ। ਬਾਲ ਵਿਕਾਸ, ਚਾਈਲਡ ਡਿਵੈਲਪਮੈਂਟ। ਬਾਲ ਵਿਕਾਸ ਕਿਉਂ, ਕੀ ਹੈ ਬਾਲ ਵਿਕਾਸ? ਜਦੋਂ ਮਨੋਵਿਗਿਆਨ ਦਾ ਦੌਰ ਚੱਲ ਰਿਹਾ ਸੀਗਾ, ਮਨੋਵਿਗਿਆਨ ਉੱਤੇ ਫਿਲਾਸਫਰ ਰਿਸਰਚ ਕਰ ਰਹੇ ਸੀਗੇ, ਤਾਂ ਉਹ ਐਡਲਟਸ ਨੂੰ ਲੈ ਕੇ ਉਹਨਾਂ ਦੇ ਉੱਤੇ ਹੀ ਰਿਸਰਚ ਕਰ ਰਹੇ ਸੀਗੇ। ਕਿਸੇ ਦਾ ਵੀ ਧਿਆਨ ਬੱਚਿਆਂ ਵੱਲ ਨਹੀਂ ਸੀਗਾ, ਸਗੋਂ ਬੱਚਿਆਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਸੀਗਾ, ਕਿਉਂਕਿ ਉਹਨਾਂ ਨੇ ਵੱਡੇ ਹੋ ਕੇ ਆਉਣ ਵਾਲੇ ਭਵਿੱਖ ਦੀ ਸਿਰਜਣਾ ਕਰਨੀ ਹੈ। ਇਸ ਲਈ ਉਹਨਾਂ ਦਾ ਵਿਹਾਰ ਜਾਣਨਾ, ਉਹਨਾਂ ਦੀਆਂ ਆਦਤਾਂ, ਉਹਨਾਂ ਨੂੰ ਚੰਗੇ ਭਲੇ ਸੰਸਕਾਰ ਦੇਣੇ ਬਹੁਤ ਜ਼ਰੂਰੀ ਸੀਗੇ। ਇਸੇ ਲਈ ਬੱਚਿਆਂ ਦੇ ਉੱਤੇ ਅਧਿਐਨ ਨੂੰ ਜਿਨ੍ਹਾਂ ਨੇ ਦਿਸ਼ਾ ਦਿੱਤੀ, ਉਹ ਸਭ ਤੋਂ ਪਹਿਲਾਂ 18ਵੀਂ ਸਦੀ 'ਚ ਪੈਸਟੋਲੋਜੀ ਜਿਹੜੇ ਵਿਗਿਆਨਿਕ ਹੋਏ ਸੀ, ਇਹਨਾਂ ਨੂੰ ਬੱਚਿਆਂ ਨਾਲ ਬਹੁਤ ਪਿਆਰ ਸੀਗਾ। ਇਹਨਾਂ ਨੇ ਆਪਦੇ 3.5 ਸਾਲਾਂ ਦੇ ਪੁੱਤਰ ਉੱਤੇ ਰਿਸਰਚ ਕੀਤੀ, ਉਹਨੂੰ ਜਾਣਿਆ, ਉਹਦੀ ਆਦਤਾਂ ਜਾਣੀਆਂ, ਤੇ ਵਿਗਿਆਨਿਕ ਵਿਆਖਿਆ ਜਿਹੜੀ ਬਾਲ ਵਿਕਾਸ ਦੀ ਸਭ ਤੋਂ ਪਹਿਲਾਂ ਕੀਤੀ ਪੈਸਟੋਲੋਜੀ ਨੇ ਕੀਤੀ ਸੀਗੀ, ਤੇ ਇੱਕ ਬੇਬੀ ਬਾਇਓਗ੍ਰਾਫੀ ਦਿੱਤੀ ਆਪਦੇ 3.5 ਵਰਸ਼ੀਏ ਪੁੱਤਰ ਉੱਤੇ ਅਧਿਐਨ ਕਰਕੇ। ਉਸ ਤੋਂ ਬਾਅਦ 18ਵੀਂ ਸਦੀ ਤੋਂ ਬਾਅਦ ਜੇ ਕਿਸੇ ਨੇ ਸਭ ਤੋਂ ਵੱਡਾ ਕੰਮ ਕੀਤਾ ਸੀਗਾ ਬਾਲ ਵਿਕਾਸ ਦੇ ਖੇਤਰ ਵਿੱਚ, ਬਾਲ ਵਿਕਾਸ ਨੂੰ ਵਧਾਉਣ ਲਈ ਬਾਲ ਅਧਿਐਨ ਅੰਦੋਲਨ ਜਿਹਨੇ ਸ਼ੁਰੂ ਕੀਤਾ ਸੀਗਾ, ਉਹ ਸੀਗੇ ਅਮਰੀਕਾ ਦੇ ਸਟੈਨਲੀ ਹਾਲ। ਅਮਰੀਕਾ ਦੇ ਸਟੈਨਲੀ ਹਾਲ, ਜਿਨ੍ਹਾਂ ਨੇ ਬਾਲ ਅਧਿਐਨ ਅੰਦੋਲਨ ਦੀ ਸ਼ੁਰੂਆਤ ਕੀਤੀ ਤੇ ਫਿਲੋਸਫਰਾਂ ਦਾ ਧਿਆਨ ਬੱਚਿਆਂ ਵੱਲ ਮੋੜਨ ਵਿੱਚ ਬਹੁਤ ਯੋਗਦਾਨ ਦਿੱਤਾ। ਇਸੇ ਕਰਕੇ ਇਹਨਾਂ ਦੇ ਪ੍ਰਯਾਸਾਂ ਕਰਕੇ ਹੀ 1887 ਵਿੱਚ ਅਮਰੀਕਾ ਵਿੱਚ ਪਹਿਲਾ ਜੁਵੇਨਾਈਲ ਕਰੈਕਸ਼ਨ ਹੋਮ, ਜਿਹਨੂੰ ਆਪਾਂ ਕਹਿੰਦੇ ਹਾਂ ਕਿਸ਼ੋਰ ਸੁਧਾਰ ਗ੍ਰਹਿ, ਵੀ ਜਿਹੜੇ ਛੋਟੇ ਬੱਚੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੋ ਜਾਂਦੇ ਆ, ਉਹਨਾਂ ਨੂੰ ਸੁਧਾਰਨ ਲਈ ਜਿਹੜੇ ਭਵਨ ਪਹਿਲਾਂ ਬਣਾਇਆ ਗਿਆ, ਉਹ ਅਮਰੀਕਾ ਵਿੱਚ ਬਣਾਇਆ ਗਿਆ ਇਹਨਾਂ ਦੇ ਸਟੈਨਲੀ ਹਾਲ ਦੇ ਪ੍ਰਯਾਸਾਂ ਸਦਕਾ। ਤਾਂ ਬਾਲ ਵਿਕਾਸ ਬਾਰੇ ਕਰਾਂਗੇ ਗੱਲ। ਕੀ ਹੈ ਬਾਲ ਵਿਕਾਸ, ਕਿੱਥੋਂ ਸ਼ੁਰੂ ਹੋ ਜਾਂਦਾ ਹੈ ਬਾਲ ਵਿਕਾਸ? ਇੱਕ ਮਨੁੱਖ ਇੱਕ ਬਿਲਕੁਲ ਛੋਟੀ ਜਿਹੀ ਕੋਸ਼ਿਕਾ ਤੋਂ, ਇੱਕ ਅੰਡੇ ਤੋਂ ਸ਼ੁਰੂ ਹੋ ਕੇ ਹਫ਼ਤੇ ਦਰ ਹਫ਼ਤੇ ਗਰੋਥ ਕਰਦਾ ਕਰਦਾ, ਮਹੀਨੇ ਦਰ ਸਾਲ ਬਾਅਦ ਵੱਡਾ ਹੁੰਦਾ ਹੁੰਦਾ ਇੱਕ ਵੱਡਾ ਮਨੁੱਖ ਬਣ ਜਾਂਦਾ ਹੈ, ਤੇ ਆਪਦੇ ਮਾਨਸਿਕ ਵਿੱਚ, ਵਿਵਹਾਰ ਵਿੱਚ ਛੋਟੇ ਹੁੰਦੇ ਤੋਂ ਵੱਡੇ ਹੁੰਦੇ ਤੱਕ ਉਹਦੇ ਵਿੱਚ ਬਹੁਤ ਸਾਰੇ ਆਪਾਂ ਨੂੰ ਚੇਂਜਸ ਵੇਖਣ ਨੂੰ ਮਿਲਦੇ ਹੈ। ਤਾਂ ਜਿਹੜਾ ਬਾਲ ਵਿਕਾਸ ਹੈ, ਚਾਈਲਡ ਡਿਵੈਲਪਮੈਂਟ, ਉਹਨੂੰ ਆਪਾਂ 4 ਭਾਗਾਂ 'ਚ ਵੰਡਦੇ ਹੀ ਹਾਂ। ਜਿਵੇਂ ਕਿ ਇੱਕ ਤਾਂ ਸਰੀਰਕ ਵਿਕਾਸ ਹੋ ਗਿਆ, ਉਹਦੇ ਸਰੀਰ 'ਚ ਜਿਹੜੀ ਵਿਕਾਸ ਹੈ, ਬੋਡੀ ਵਿੱਚ ਉਹਦੇ ਵਿੱਚ ਜੋ ਚੇਂਜਸ ਆਏ ਹੈ, ਛੋਟਾ ਹੁੰਦਾ, ਫਿਰ ਉਹ ਚੱਲਣਾ ਸਿੱਖਦਾ ਹੈ, ਤੁਰਨਾ ਸਿੱਖਦਾ ਹੈ, ਭੱਜਣਾ ਸਿੱਖਦਾ ਹੈ, ਫਿਰ ਉਹ ਕਈ ਕਿਰਿਆਵਾਂ ਕਰਦਾ ਹੈ ਆਪਦੇ ਹੱਥਾਂ ਨਾਲ, ਕਈ ਸਕਿੱਲਸ ਜਿਹੜੇ ਸਿੱਖਦਾ ਹੈ, ਦੌੜਨਾ, ਛਾਲਾਂ ਮਾਰਨੀਆਂ, ਤਾਂ ਉਹ ਠੀਕ ਹੈ, ਬੋਡੀ ਵਿੱਚ ਚੇਂਜ ਕਰਦਾ ਹੈ। ਫਿਰ ਉਹ ਮਾਨਸਿਕ ਵਿਕਾਸ ਵਿੱਚ ਉਹਦੇ ਚੇਂਜ ਆਉਂਦੇ ਹੈ। ਛੋਟਾ ਹੁੰਦਾ ਕਿਵੇਂ ਥੋੜ੍ਹਾ ਸ਼ਰਾਰਤੀ ਹੁੰਦਾ ਹੈ, ਪਹਿਲਾਂ ਉਹਨੂੰ ਕੁਝ ਸਮਝ ਨਹੀਂ ਹੁੰਦਾ, ਬਾਅਦ 'ਚ ਨਵੇਂ ਗਿਆਨ ਸਿੱਖਦਾ ਹੈ, ਨਵੇਂ ਕੋਈ ਕੰਮਾਂ ਦੇ ਵਿੱਚ ਨਿਪੁੰਨ ਹੁੰਦਾ ਹੈ। ਫਿਰ ਉਹ ਸਮਾਜਿਕ ਵਿਕਾਸ, ਆਪਣੇ ਸਮਾਜ ਬਾਰੇ, ਸਮਾਜ ਦੇ ਵਿੱਚ ਇੱਕ ਦੂਜੇ ਨਾਲ ਮੇਲ ਜੋਲ ਕਰਦਾ ਹੈ। ਫਿਰ ਉਹਦੇ ਭਾਵਨਾਵਾਂ 'ਚ ਵਿਕਾਸ ਹੁੰਦਾ ਹੈ। ਛੋਟਾ ਬੱਚਾ ਛੋਟੀ ਛੋਟੀ ਗੱਲਾਂ 'ਤੇ ਰੋਣ ਲੱਗ ਜਾਂਦਾ ਹੈ, ਛੋਟੀ ਛੋਟੀ ਗੱਲਾਂ 'ਤੇ ਹੱਸਣਾ, ਸ਼ਰਾਰਤਾਂ ਕਰਨੀਆਂ। ਥੋੜ੍ਹਾ ਥੋੜ੍ਹਾ ਜਿਵੇਂ ਜਿਵੇਂ ਵੱਡਾ ਹੁੰਦਾ ਹੈ, ਸਮਾਜ ਨਾਲ ਰਲਦਾ ਮਿਲਦਾ। ਜਿਹੜਾ ਸਮਾਜ ਤੇ ਭਾਵਨਾਤਮਕ ਵਿਕਾਸ, ਆਹ ਦੋਵੇਂ ਇੱਕੋ ਟਾਈਮ 'ਚ ਚੱਲਦੇ ਹੈ। ਸਮਾਜਿਕ ਵਿਕਾਸ ਦੇ ਨਾਲ ਨਾਲ ਹੀ ਭਾਵਨਾਤਮਕ ਵਿਕਾਸ। ਜੇ ਭਾਵਨਾਤਮਕ ਪਹਿਲਾਂ ਆ ਜੇ ਤਾਂ ਵੀ ਕੋਈ ਦਿੱਕਤ ਨਹੀਂ, ਜੇ ਸਮਾਜਿਕ ਇੱਧਰ ਹੋ ਜੇ ਜਾਂ ਭਾਵਨਾਤਮਕ ਇੱਧਰ ਹੋ ਜੇ, ਤਾਂ ਇਸ ਕ੍ਰਮ ਦੇ ਵਿੱਚ
ਉਹ ਕੋਈ ਇੰਨੀ ਦਿੱਕਤ ਨਹੀਂ, ਕਿਉਂ? ਕਿਉਂਕਿ ਆ ਨਾਲ ਹੀ ਚੱਲਣਗੇ, ਸਮਾਜ ਨਾਲ ਘੁਲੂਗਾ ਮਿਲੂਗਾ, ਸਮਾਜ ਨਾਲ ਰਹੂਗਾ ਤਾਂ ਨਵੇਂ ਜਿਹੜੇ ਭਾਵਨਾਵਾਂ ਹੈ ਉਹਨਾਂ ਨੂੰ ਕੰਟਰੋਲ ਕਰਨੇ ਸਿੱਖੂਗਾ, ਨਵੀਆਂ ਭਾਵਨਾਵਾਂ ਪੈਦਾ ਕਰੂਗਾ, ਭਾਈਚਾਰੇ ਦੀਆਂ, ਪਿਆਰ ਇਸ਼ਰਿਆ ਵਗੈਰਾ ਜਿਹੜੀ ਵੀ ਕੋਈ ਹੈ ਉਹ। ਕਈ ਵਾਰੀ ਹੈ ਜਿਵੇਂ ਆਪਾਂ ਦੇਖਦੇ ਹਾਂ, ਆਪਾਂ ਗਰੋਥ ਤੇ ਡਿਵੈਲਪਮੈਂਟ ਅਲੱਗ-ਅਲੱਗ ਜਿਵੇਂ ਜਿਹੜੀ ਹੈ ਸਟੂਡੈਂਟਸ ਉਹ ਸੋਚਦੀ ਵੀ ਆ ਅਲੱਗ-ਅਲੱਗ ਹੈ, ਅਲੱਗ-ਅਲੱਗ ਹੈ ਨਹੀਂ। ਜਿਹੜੀ ਗਰੋਥ ਹੈ ਉਹ ਇੱਕ ਵਿਕਾਸ ਦਾ ਹੀ, ਗਰੋਥ ਨੂੰ ਆਪਾਂ ਐ ਮੰਨ ਸਕਦੇ ਹਾਂ ਜਿਹੜਾ ਵਾਧਾ ਹੈ ਆਪਣਾ ਗਰੋਥ, ਉਹ ਵਿਕਾਸ ਦਾ ਇੱਕ ਪਾਰਟ ਹੈ। ਵਿਕਾਸ ਦੇ 4 ਪਾਰਟ ਹੈ ਤੇ ਗਰੋਥ ਹੈ ਜਿਹੜੀ ਉਹ ਆਪਣੇ ਸਰੀਰਕ ਵਿਕਾਸ ਦਾ, ਸਰੀਰਕ ਵਿਕਾਸ ਨੂੰ ਵਿਖਾਉਣ ਦਾ ਹੀ ਇੱਕ ਸ਼ਬਦ ਹੈ ਵਾਧਾ, ਵੀ ਜਿਹੜਾ ਸਰੀਰ 'ਚ ਵਿਕਾਸ ਕਰਦਾ ਹੈ ਨਾ ਉਹਦੇ ਲਈ ਇੱਕ ਸ਼ਬਦ ਦਿੱਤਾ ਗਿਆ ਹੈ ਵਾਧਾ, ਠੀਕ ਹੈ। ਤਾਂ ਜਿਹੜਾ ਵਾਧਾ ਸ਼ਬਦ ਹੈ, ਗਰੋਥ ਹੈ, ਉਹ ਇੱਕ ਛੋਟਾ ਜਿਹਾ ਸ਼ਬਦ ਹੈ, ਛੋਟਾ ਬਣ ਕੇ ਰਹਿ ਜਾਂਦਾ ਹੈ। ਉਹਦੇ ਵਿੱਚ ਬਸ ਇਕੱਲੇ ਸਰੀਰ ਦਾ ਵਿਕਾਸ ਹੀ ਦਰਸਾਉਂਦੇ ਹਾਂ ਵੀ ਕਿਵੇਂ ਉਹਦੀ ਲੰਬਾਈ 'ਚ, ਚੌੜਾਈ 'ਚ, ਉਚਾਈ 'ਚ ਜਿਹੜਾ ਤਬਦੀਲੀਆਂ ਆਉਂਦੀਆਂ ਹੈ। ਤੇ ਜਿਹੜੇ ਵਿਕਾਸ ਹੈ, ਜਿਹੜਾ ਪੂਰਾ ਵਿਕਾਸ ਸ਼ਬਦ ਹੈ ਉਹ ਇੱਕ ਬਹੁਤ ਵਿਆਪਕ ਸ਼ਬਦ ਹੈ। ਉਹਦੇ ਵਿੱਚ 4 ਪਾਰਟ ਆਉਂਦੇ ਹੈ, ਸਰੀਰਕ ਵੀ ਆਉਂਦਾ ਹੈ, ਮਾਨਸਿਕ ਵੀ ਆਉਂਦਾ ਹੈ, ਭਾਵਨਾਤਮਕ ਤੇ ਸਮਾਜਿਕ, ਠੀਕ ਹੈ। ਇਸ ਲਈ ਜਿਹੜਾ ਆਹ ਹੈ ਵਾਧਾ, ਇਹਨੂੰ ਆਪਾਂ ਕੱਲਾ ਮਾਤਰਾਤਮਕ ਦ੍ਰਿਸ਼ਟੀ ਨਾਲ ਵੇਖਦੇ ਹਾਂ ਵੀ ਮਾਤਰਾਤਮਕ ਵੀ ਪਹਿਲਾਂ ਕੀ ਮਾਤਰਾ ਸੀਗੀ, ਕਿੰਨੇ ਇੰਚ ਦਾ ਸੀਗਾ ਛੋਟਾ, ਫਿਰ ਕਿੰਨੇ ਹੋਇਆ, ਕਿੰਨੇ ਫੁੱਟ ਦਾ ਹੋਇਆ, ਕਿੰਨੇ, ਠੀਕ ਹੈ। ਤੇ ਵਿਕਾਸ ਹੈ ਆ ਮਾਤਰਾਤਮਕ ਹੈ ਨਹੀਂ, ਆਹ ਹੈ ਤੁਲਨਾਤਮਕ। ਇਹਦੀ ਆਪਾਂ ਤੁਲਨਾ ਕਰਦੇ ਹਾਂ, ਪਿਛਲੇ ਸਾਲਾਂ ਨਾਲ ਤੁਲਨਾ ਕਰਦੇ ਹਾਂ, ਬਚਪਨ ਨਾਲ ਤੁਲਨਾ ਕਰਦੇ ਹਾਂ ਕਿਸ਼ੋਰ ਦੀ, ਤੇ ਜਦੋਂ ਉਹ ਬਜ਼ੁਰਗ ਹੋ ਜਾਂਦਾ ਹੈ ਫਿਰ ਆਪਾਂ ਉਹ ਪਿੱਛੇ ਸਾਰਾ ਵੇਖਦੇ ਹਾਂ ਤਾਂ ਇਹ ਤੁਲਨਾ ਕਰਦੇ ਕਰਦੇ ਵੀ ਮੇਰੇ 'ਚ ਕੀ ਤਬਦੀਲੀ ਆਈ, ਮੈਂ ਕੀ ਸਿੱਖਿਆ, ਮੈਂ ਕੀ ਕੀਤਾ। ਆਪਾਂ ਗੱਲ ਕਰਾਂਗੇ ਵਿਕਾਸ ਦੇ ਸਿਧਾਂਤਾਂ ਬਾਰੇ, ਵੀ ਵਿਕਾਸ ਦੇ ਕੀ ਸਿਧਾਂਤ ਆਪਾਂ ਨੂੰ ਵੇਖਣ ਨੂੰ ਮਿਲਦੇ ਹਨ। ਵਿਕਾਸ ਦਾ ਪਹਿਲਾ ਸਿਧਾਂਤ ਹੈ ਇੱਕ ਸਮਾਨ ਮਾਡਲ। ਬੱਚਾ ਕੋਈ ਵੀ ਹੋਵੇ, ਕਿਸੇ ਦਾ ਵੀ ਬੱਚਾ ਹੋਵੇ, ਚਾਹੇ ਅਮੀਰ ਦਾ ਬੱਚਾ ਹੈ, ਗਰੀਬ ਦਾ ਬੱਚਾ ਹੈ, ਚਾਹੇ ਮਹਿਲਾਂ ਵਿੱਚ ਰਹਿਣ ਵਾਲਾ ਹੈ, ਚਾਹੇ ਝੁੱਗੀਆਂ ਵਿੱਚ ਰਹਿਣ ਵਾਲਾ ਹੈ, ਉਹਦੇ ਵਿਕਾਸ ਦਾ ਮਾਡਲ ਹੈ ਜਿਹੜਾ ਉਹਦੀ ਗਰੋਥ ਦਾ, ਉਹ ਇੱਕ ਸੇਮ ਮਾਡਲ ਹੋਊਗਾ। ਉਹੋ ਹੀ ਮਾਡਲ ਵੀ ਪਹਿਲਾਂ ਉਹ ਸੈਨ ਸਾਹਮਣਾ ਸਿੱਖੂਗਾ, ਫਿਰ ਗੋਡਿਆਂ ਤੇ ਚੱਲਣਾ ਸਿੱਖੂਗਾ, ਫਿਰ ਖੜਾ ਹੋਣਾ ਸਿੱਖੂਗਾ, ਫਿਰ ਹੀ ਦੌੜਨਾ ਸਿੱਖੂਗਾ। ਐਂ ਤਾਂ ਹੈ ਨਹੀਂ ਵੀ ਅਮੀਰ ਦਾ ਬੱਚਾ ਜੰਮਦੇ ਹੀ ਭੱਜਣਾ ਸਿੱਖ ਜੂਗਾ ਤੇ ਛਾਲਾਂ ਮਾਰਨੀਆਂ ਸਿੱਖ ਜੂਗੀ। ਉਹ ਤਾਂ ਇੱਕ ਮਾਡਲ ਹੈ ਜਿਹੜਾ ਉਹ ਆਪਾਂ ਨੂੰ ਵੇਖਣ ਨੂੰ ਇੱਕ ਸਮਾਨ ਹੀ ਮਿਲੂਗਾ ਸਭੀ ਬੱਚਿਆਂ ਵਿੱਚ। ਉਦੋਂ ਬਾਅਦ ਆਪਾਂ ਗੱਲ ਕਰਦੇ ਹਾਂ ਵਿਕਾਸ ਦੀ ਦਿਸ਼ਾ ਦਾ ਸਿਧਾਂਤ। ਵਿਕਾਸ ਹੈ ਉਹ ਇੱਕ ਦਿਸ਼ਾ ਵਿੱਚ ਹੀ ਅੱਗੇ ਵੱਧਦਾ ਹੈ। ਜਿਵੇਂ ਕਿ ਪਹਿਲਾਂ ਵੇਖਾਂਗੇ ਆਪਾਂ ਸਿਰ ਤੋਂ ਪੈਰ, ਸਫੀਲੋਪੋਡਲ ਜਿਹਨੂੰ ਕਹਿੰਦੇ ਆਪਾਂ, ਸਿਰ ਤੋਂ ਪੈਰ। ਆਪਣਾ ਵਿਕਾਸ ਜਿਹੜਾ ਸ਼ੁਰੂ ਹੁੰਦਾ ਹੈ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਹੁੰਦਾ ਹੈ। ਸਭ ਤੋਂ ਪਹਿਲਾਂ ਜਦੋਂ ਬੱਚਾ ਅੰਡੇ ਤੋਂ ਬੇਬੀ ਬਣਨਾ ਸ਼ੁਰੂ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹਦਾ ਸਿਰ ਦਾ ਵਿਕਾਸ ਹੋਣਾ ਸ਼ੁਰੂ ਹੁੰਦਾ ਹੈ। ਆਏ ਜਦੋਂ ਬੱਚਾ ਜਨਮ ਲੈ ਲੈਂਦਾ ਹੈ ਤਾਂ ਪਹਿਲਾਂ ਸਿਰ ਨੂੰ ਆਪਦੇ ਨੂੰ ਕੰਟਰੋਲ ਕਰਨਾ ਸਿੱਖੂਗਾ, ਫਿਰ ਹੌਲੀ ਹੌਲੀ ਉਹ ਲੱਤਾਂ ਨੂੰ, ਆਪਦੇ ਹੱਥਾਂ ਨੂੰ ਆਏ ਕੰਟਰੋਲ ਕਰਨਾ ਸਿੱਖੂਗਾ। ਤੇ ਦੂਜੀ ਜਿਹੜੀ ਦਿਸ਼ਾ ਹੈ ਉਹ ਹੈ ਸੈਂਟਰ ਤੋਂ ਸਾਈਡ, ਪ੍ਰੋਕਸੀਮਾ ਡਿਸਟਲ। ਵੀ ਸੈਂਟਰ ਤੋਂ ਸਾਈਡ ਕਿਵੇਂ? ਪਹਿਲਾਂ ਉਹਦੀ ਜਿਹੜੀ ਹੈ ਉਹਨੂੰ ਟਿਕਾਉਣ ਵਾਲੀ ਜਿਹੜੀ ਉਹਦੀ ਉਹ ਨੀਂਹ ਹੈ, ਰੀੜ੍ਹ ਦੀ ਹੱਡੀ, ਉਹਦਾ ਵਿਕਾਸ ਹੋਊਗਾ। ਉਦੋਂ ਬਾਅਦ ਉਹਦੇ ਵੱਡੇ ਅੰਗਾਂ ਦਾ ਇੱਥੋਂ ਉਹ ਕੰਟਰੋਲ ਕਰਨਾ ਸਿੱਖੂਗਾ ਆਪਦੇ ਪੂਰੇ ਹੱਥ ਨੂੰ। ਉਦੋਂ ਬਾਅਦ ਉਹ ਥੋੜ੍ਹਾ ਵੱਡਾ ਹੋ ਜਾਊਗਾ, ਗਰੋਥ ਕਰ ਲੂਗਾ, ਫਿਰ ਉਹ ਜਿਵੇਂ ਆਂਗਲੀਆਂ ਨੂੰ, ਜਿਹੜੀਆਂ ਆਪਣੀਆਂ ਉਂਗਲੀਆਂ ਇਹਨਾਂ ਨੂੰ ਕੰਟਰੋਲ ਕਰਨਾ ਸਿੱਖੂਗਾ। ਜਿਵੇਂ ਫੜ ਲਿਆ, ਪਹਿਲਾਂ ਛੋਟਾ ਬੱਚਾ ਹੁੰਦਾ ਹੈ ਉਹ ਇੰਨਾ ਨਹੀਂ ਹੁੰਦਾ, ਉਹ ਆਪਦੇ ਹੱਥਾਂ ਉੱਤੇ ਇੰਨਾ ਕੰਟਰੋਲ ਨਹੀਂ ਕਰ ਸਕਦਾ, ਇੰਨਾ ਕੰਟਰੋਲ ਨਹੀਂ ਹੁੰਦਾ ਕਿ ਆਪਾਂ ਉਹਨੂੰ ਜਿਵੇਂ ਕੋਈ ਚੀਜ਼ ਫੜਾਈਏ ਤਾਂ ਆ ਫੜ ਲੂਗਾ, ਉਹ ਥੱਲੇ ਡੇਗ ਦਿੰਦਾ ਹੈ ਥੋੜ੍ਹੀ ਜਿਹੀ ਦੇਰ ਬਾਅਦ। ਉਹਦੀ ਉਂਗਲੀਆਂ ਜਿਹੜੀਆਂ ਇੰਨੀ ਕੰਟਰੋਲ ਉਹਦੇ ਹੱਥਾਂ 'ਚ ਨਹੀਂ ਹੁੰਦਾ, ਆਪਾਂ ਕੋਈ ਵੀ ਚੀਜ਼ ਛੁਟਾ ਸਕਦੇ ਹਾਂ ਉਦੋਂ ਹੀ। ਤਾਂ ਆਏ ਬੱਚੇ ਦਾ ਵਿਕਾਸ ਹੈ ਜਿਹੜਾ ਉਹ ਸੈਂਟਰ ਤੋਂ ਸਾਈਡਾਂ ਤੱਕ ਜਾਂਦਾ ਹੈ, ਕਿਨਾਰਾਂ ਤੱਕ ਆਉਂਦਾ ਹੈ, ਠੀਕ ਹੈ। ਉਦੋਂ ਬਾਅਦ ਅਗਲੇ ਸਿਧਾਂਤ ਦੀ ਆਪਾਂ ਗੱਲ ਕਰਦੇ ਹਾਂ, ਉਹ ਹੈ ਚੱਕਰਵਾਲਕਾਰ, ਸਪਾਈਰਲ।
ਜਿਹੜਾ ਬੱਚੇ ਦਾ ਵਿਕਾਸ ਹੈ ਉਹ ਇੱਕ ਦਿਸ਼ਾ ਵਿੱਚ, ਇੱਕ ਹੀ ਦਿਸ਼ਾ ਵਿੱਚ ਨਹੀਂ ਹੁੰਦਾ ਵੀ ਜੇ ਉਹਦੀ ਲੰਬਾਈ ਵਧਣ ਲੱਗ ਗਈ ਤਾਂ ਇਕੱਲੀ ਲੰਬਾਈ ਵਧੂਗੀ, ਜਾਂ ਚੌੜਾਈ ਵਧਣ ਲੱਗ ਗਈ ਤਾਂ ਇਕੱਲੀ ਚੌੜਾਈ ਵਧੂਗੀ। ਉਹਦਾ ਵਿਕਾਸ ਹੈ ਜਿਹੜਾ ਸਪਾਈਰਲ ਹੁੰਦਾ ਹੈ, ਜਿਵੇਂ ਜਿਵੇਂ ਹੱਥ ਵਧਣਗੇ ਉਹ ਲੱਤਾਂ ਵੀ ਵਧਣਗੀਆਂ, ਜਿਵੇਂ ਜਿਵੇਂ ਉਹਦਾ ਕੱਦ ਵਧੂਗਾ ਉਹ ਥੋੜੀ ਥੋੜੀ ਚੌੜਾਈ ਵੀ ਵਧੂਗੀ। ਤਾਂ ਇੱਕ ਦਿਸ਼ਾ ਵਿੱਚ ਨਹੀਂ ਹੋ ਸਕਦਾ ਵੀ ਇੱਕ ਲੰਬਾਈ ਵਧਣ ਲੱਗੀ ਤਾਂ ਲੰਬਾਈ ਵਧੂਗੀ ਤੇ ਚੌੜਾਈ ਵਧਣ ਲੱਗੀ ਤਾਂ ਚੌੜਾਈ ਰਹੂਗੀ। ਲੰਬਾਈ ਚੌੜਾਈ ਜਿਹੜੀ ਹੈ ਉਹਦੇ ਅਨੁਪਾਤਿਕ ਜਿਹੜੇ ਤਬਦੀਲੀਆਂ ਹੈ ਉਹ ਇੱਕ ਸਮਾਨ ਹੀ ਹੋਣਗੀਆਂ। ਦੂਜਾ ਹੈ ਵੀ ਵਿਅਕਤੀਗਤ ਭਿੰਨਤਾਵਾਂ ਦਾ ਸਿਧਾਂਤ। ਇੰਨੇ ਲੋਕ ਹੈ ਦੁਨੀਆ 'ਚ, ਸਭ ਦੇ ਵਿੱਚ ਅਲੱਗ-ਅਲੱਗ ਯੂਨਿਕ ਸਕਿੱਲਸ ਹੁੰਦੇ ਹੈ, ਯੂਨਿਕ ਉਹਨਾਂ ਦੀ ਇੱਕ ਪਹਿਚਾਣ ਹੁੰਦੀ ਹੈ। ਕਿਉਂ ਹੁੰਦੀ ਹੈ? ਕਿਉਂ ਕਿ ਸਭ ਦੇ ਵਿੱਚ ਵਿਅਕਤੀਗਤ ਭਿੰਨਤਾਵਾਂ ਪਾਈ ਜਾਂਦੀਆਂ ਹੈ। ਸ਼ੁਰੂ ਤੋਂ ਲੈ ਕੇ ਜਦੋਂ ਉਹ ਗਰਭ ਅਵਸਥਾ ਵਿੱਚ ਇੱਕ ਛੋਟਾ ਜਿਹਾ ਗਰਭ ਬਣਿਆ ਹੋਇਆ ਹੁੰਦਾ ਹੈ, ਉਹਦੇ ਰੂਪ ਦੇ ਵਿੱਚ ਹੁੰਦਾ ਹੈ, ਤਾਂ ਮਾਤਾ ਦੇ ਵੱਲੋਂ ਉਹਨੂੰ ਜੋ ਖੁਰਾਕ ਮਿਲਦੀ ਹੈ ਉਹਦੇ ਵਿੱਚ ਅਲੱਗ-ਅਲੱਗ ਉਹਨੂੰ ਉਹ ਜਿਹਾ ਪੋਸ਼ਣ ਮਿਲਦਾ ਹੈ, ਤਾਂ ਉਹ ਜਿਹੀਆਂ ਉਹਦੇ 'ਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹੈ। ਜਾਂ ਕਿਸੇ ਦਾ ਮਾਹੌਲ ਕੁਝ ਅਲੱਗ ਹੈ ਤਾਂ ਉਹਨੂੰ ਉਸ ਮਾਹੌਲ ਦੀਆਂ ਉਹ ਅਬਜ਼ੋਰਵ ਕਰੂਗਾ ਤਾਂ ਉਹਦੇ ਵਿੱਚ ਉਹਦੀ ਤਬਦੀਲੀ ਆ ਜੂਗੀ। ਅਤੇ ਜਾਂ ਕੋਈ ਉਹ ਜੀ ਕੋਈ ਉਸ ਨਾਜ਼ੁਕ ਸਮੇਂ ਵਿੱਚ ਕੋਈ ਇਹੋ ਜਿਹੀ ਘਟਨਾ ਘਟ ਜਾਂਦੀ ਹੈ ਤਾਂ ਜੋ ਉਹਦਾ ਕੋਈ ਉਦੋਂ ਡੈਮੇਜ ਹੋ ਗਿਆ ਤਾਂ ਉਹਦੇ ਵਿੱਚ ਭਿੰਨਤਾਵਾਂ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਤਾਂ ਜਿੰਨੇ ਵੀ ਬੱਚੇ ਹੈ, ਜਿੰਨੇ ਵੀ ਆਪਾਂ ਲੋਕ ਹਾਂ, ਸਭ ਦੇ ਵਿੱਚ ਕੋਈ ਨਾ ਕੋਈ ਅਲੱਗ-ਅਲੱਗ ਭਿੰਨਤਾਵਾਂ, ਉਹਦਾ ਇੱਕ ਯੂਨਿਕ ਉਹਦੇ ਕੋਲੇ ਪਹਿਚਾਣ ਉਹਦੀ ਹੁੰਦੀ ਹੈ। ਐਂ ਵਿਕਾਸ ਦਾ ਅਗਲਾ ਸਿਧਾਂਤ ਹੈ ਨਿਰੰਤਰ ਵਿਕਾਸ ਦਾ ਸਿਧਾਂਤ। ਵਿਕਾਸ ਹੈ ਜਿਹੜਾ ਨਿਰੰਤਰ ਚੱਲਦਾ ਰਹਿੰਦਾ ਹੈ। ਇੱਕ ਵਾਰੀ ਉਹਦੀ ਗਰੋਥ ਰੁਕ ਜਾਂਦੀ ਹੈ, ਵਾਧਾ ਉਹਦਾ ਰੁਕ ਜਾਂਦਾ ਹੈ, ਪਰ ਵਿਕਾਸ ਦੇ ਜਿਹੜੇ ਹੋਰ ਪੱਖ ਹੈ ਮਾਨਸਿਕ, ਭਾਵਨਾਤਮਕ, ਉਹ ਉਹਦੇ ਨਿਰੰਤਰ ਚੱਲਦੇ ਹੀ ਰਹਿੰਦੇ ਹੈ। ਜਦੋਂ ਤੱਕ ਉਹਦੀ ਮ੍ਰਿਤਿੂ ਨਹੀਂ ਹੋ ਜਾਂਦੀ ਉਨੀ ਦੇਰ ਉਹ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ, ਉਹ ਵਿਕਾਸ ਆਪ ਦੇ ਵਿੱਚ ਕਰਦਾ ਹੀ ਰਹਿੰਦਾ ਹੈ। ਫਿਰ ਆਪਾਂ ਕਰਾਂਗੇ ਵਿਕਾਸ ਦੇ ਪੱਖਾਂ ਦਾ ਆਪਸੀ ਸੰਬੰਧ ਹੁੰਦਾ ਹੈ। ਕਿਉਂ? ਆਪਾਂ ਸੁਣਦੇ ਹਾਂ ਕਈ ਵਾਰੀ ਵੀ ਇੱਕ ਸਵਸਥ ਸਰੀਰ ਦੇ ਵਿੱਚ ਹੀ ਸਵਸਥ ਮਨ ਹੈ ਜਿਹੜਾ ਉਹ ਨਿਵਾਸ ਕਰਦਾ ਹੈ। ਠੀਕ ਹੈ, ਜਦੋਂ ਸਰੀਰ ਸਵਸਥ ਹੋਊਗਾ, ਆਪਣਾ ਸਰੀਰਿਕ ਵਿਕਾਸ ਸਹੀ ਹੋਊਗਾ, ਚੰਗੀ ਤਰ੍ਹਾਂ ਹੋਊਗਾ, ਚੰਗੀਆਂ ਆਪਾਂ ਖੁਰਾਕ ਖਾਵਾਂਗੇ ਤਾਂ ਉਹਦੇ ਵਿੱਚ ਇੱਕ ਵਧੀਆ ਮਨ ਦੀ ਜਿਹੜੀ ਹੈ ਉਹਦਾ ਮਨ ਦਾ ਵਿਕਾਸ ਹੋਊਗਾ। ਜੇਕਰ ਜੇ ਮਨ ਦੇ ਵਿੱਚ ਆਪਾਂ ਕੋਈ ਟੈਨਸ਼ਨ ਲੈ ਲਿੱਤੀ ਜਾਂ ਮਨ ਦੇ ਵਿੱਚ ਕੋਈ ਵੀ ਉਹਦੇ ਆ ਗਈ ਕੋਈ ਇਹੋ ਜਿਹੀ ਗੱਲ ਜਿਹਦੇ ਨਾਲ ਉਹਦਾ ਸਰੀਰਕ ਵਿਕਾਸ ਵੀ ਪ੍ਰਭਾਵਿਤ ਹੁੰਦਾ ਹੈ। ਕਿਉਂਕਿ ਆਪਾਂ ਵੇਖਦੇ ਹਾਂ ਕਈ ਵਾਰੀ ਕਿਸੇ ਨਾਲ ਕੋਈ ਇਹੋ ਜਿਹੀ ਦੁਰਘਟਨਾ ਹੋ ਗਈ, ਉਹਦੇ ਸਰੀਰ ਦੇ ਕੋਈ ਅੰਗ ਦਾ ਨੁਕਸਾਨ ਹੋ ਗਿਆ ਤਾਂ ਉਹ ਇੱਕ ਵਾਰੀ ਮਾਨਸਿਕ ਜਿਹੜੀ ਉਹਦੀ ਸਥਿਤੀ ਹੈ ਉਹ ਬੜੀ ਖਰਾਬ ਹੋ ਜੂਗੀ। ਠੀਕ ਹੈ, ਅਤੇ ਜਾਂ ਆਪਾਂ ਵੇਖਦੇ ਹਾਂ ਕਦੇ ਕਦੇ ਵੀ ਜਿਹੜੇ ਮਾਨਸਿਕ ਪੱਖੋਂ ਜਨਮਜਾਤ ਮਾਨਸਿਕ ਪੱਖੋਂ ਉਹਨਾਂ ਦੇ ਮਾਨਸਿਕ ਕੋਈ ਰੋਗ ਹੋਵੇ, ਕੁਝ ਹੋਵੇ, ਤਾਂ ਜਾਂ ਤਾਂ ਉਹ ਜ਼ਿਆਦਾ ਹੀ ਕੋਈ ਫੈਲਾਵਟ ਹੋਣਗੇ ਉਹਨਾਂ 'ਚ, ਜ਼ਿਆਦਾ ਹੀ ਕੋਈ ਤਾਕਤਵਰ ਹੋਊਗਾ, ਅਤੇ ਜਾਂ ਜ਼ਿਆਦਾ ਹੀ ਕੋਈ ਵਿਚਾਰਾ ਜਮਾ ਹੀ ਕਮਜ਼ੋਰ ਜਾਂ ਬਾਲਕ ਹੋਊਗਾ। ਤਾਂ ਇਹਨਾਂ ਦੇ ਕੀ ਹੈ ਆਪਸੀ ਸੰਬੰਧ ਹੁੰਦੇ ਆ ਵਿਕਾਸ ਦੇ ਪੱਖਾਂ ਦੇ, ਜਿਵੇਂ ਕਿ ਭਾਵਨਾਤਮਕ ਅਤੇ ਸਮਾਜਿਕ ਵਿਕਾਸ ਦਾ ਇੱਕ ਸੰਬੰਧ ਹੁੰਦਾ ਹੈ। ਫਿਰ ਹੈ ਵੀ ਵਿਕਾਸ ਦੀ ਜਿਹੜੀ ਗਤੀ ਹੈ ਉਹਦੇ ਵਿੱਚ ਭਿੰਨਤਾ ਹੁੰਦੀ ਹੈ। ਵਿਕਾਸ ਹੈ ਜਿਹੜਾ ਉਹ ਸਾਰੀ ਉਮਰ ਇੱਕੋ ਜਿਹਾ ਨਹੀਂ ਰਹਿੰਦਾ। ਜਦੋਂ ਬੱਚਾ ਜੰਮਦਾ ਹੈ, ਇਸ ਦੁਨੀਆ ਵਿੱਚ ਆਉਂਦਾ ਹੈ, ਤਾਂ ਪਹਿਲੇ 30 ਦਿਨ ਉਹਦਾ ਕੀ ਹੈ ਵਜ਼ਨ ਘਟੂਗਾ। ਕਿਉਂ ਘਟੂਗਾ? ਕਿਉਂਕਿ ਉਹਨੂੰ ਇੱਕ ਨਵਾਂ ਵਾਤਾਵਰਣ ਮਿਲਿਆ ਹੈ। ਇਸ ਆਪਾਂ ਹੀ ਵੇਖ ਲਈਏ, ਹੁਣ ਕਿਤੋਂ ਕੋਈ ਹੋਰ ਵਾਤਾਵਰਣ ਵਿੱਚ ਜਾਈਏ ਤਾਂ ਕੀ ਹੋਊਗਾ, ਇੱਕ ਵਾਰੀ ਉੱਥੋਂ ਦਾ ਪਾਣੀ, ਉੱਥੋਂ ਦੀ ਹਵਾ ਆਪਾਂ ਨੂੰ ਸੂਟ ਨਹੀਂ ਕਰੂਗੀ। ਉਵੇਂ ਹੀ ਬੱਚੇ ਨੂੰ ਪਹਿਲਾਂ ਇਸ ਧਰਤੀ 'ਤੇ ਆਉਂਦਿਆਂ ਹੀ, ਸੰਸਾਰ ਵਿੱਚ ਆਉਂਦਿਆਂ ਹੀ ਉਹਨੂੰ ਇੱਕ ਅਲੱਗ ਮਾਹੌਲ ਮਿਲਦਾ ਹੈ। ਉਸ ਲਈ ਉਹਦਾ ਜਿਹੜਾ ਵਜ਼ਨ ਹੈ ਉਹ ਪਹਿਲਾਂ 30 ਦਿਨ ਘਟਦਾ ਹੈ। ਫਿਰ ਉਦੋਂ ਬਾਅਦ ਉਹ ਜਦੋਂ ਢਲ ਜਾਂਦਾ ਹੈ ਵਾਤਾਵਰਣ ਦੇ ਨਾਲ, ਫਿਰ ਉਹਦਾ ਉਹ ਵਿਕਾਸ ਹੋਣ ਲੱਗਦਾ ਹੈ ਅਤੇ ਉਹ ਆਪਦੇ ਸਹੀ ਜਿਹੜਾ ਹੈ ਸਰਕੂਲੇਸ਼ਨ ਉਹਦੇ ਵਿੱਚ ਆਉਂਦਾ ਹੈ। 0 ਤੋਂ 2 ਸਾਲ ਦੇ ਵਿੱਚ ਇਹਦੇ 4 ਚੱਕਰ ਬਣੇ ਹੋਏ ਹੈ। 0 ਤੋਂ 2 ਸਾਲ ਦੇ ਵਿੱਚ ਆਪਾਂ ਵੇਖਦੇ ਹਾਂ ਕੋਈ ਬੱਚਾ ਹੈ ਉਹਦਾ ਵਿਕਾਸ ਕਿੰਨਾ ਤੇਜ਼ ਹੋਊਗਾ, ਕਿੰਨੇ ਛੇਤੀ ਉਹਦੇ ਦੰਦ ਆਉਣਗੇ, ਕਿੰਨਾ ਛੇਤੀ ਉਹ ਚੱਲਣਾ ਸਿੱਖੂਗਾ, ਖੜਾ ਹੋਣਾ ਸਿੱਖੂਗਾ, ਤੁਰਨਾ ਸਿੱਖੂਗਾ।
ਬੋਲਣਾ ਵੀ ਉਹ ਸਿੱਖ ਜਾਂਦਾ ਹੈ ਲਗਭਗ 1 ਸਾਲ ਦੀ ਉਮਰ ਤੋਂ ਬਾਅਦ। ਤੇ ਬਾਅਦ 'ਚ 3 ਤੋਂ 12 ਸਾਲ ਤੱਕ ਬੱਚੇ ਦਾ ਜਿਹੜਾ ਵਿਕਾਸ ਹੈ, ਉਹਦੀ ਗਰੋਥ ਹੈ, ਉਹਦੀ ਸਿੱਖਣ ਦੀ ਹੈ ਜਿਹੜੀ, ਉਹ ਥੋੜੀ ਘਟ ਜਾਂਦੀ ਹੈ। ਬੱਚੇ ਦਾ ਵਿਕਾਸ ਘਟ ਜਾਂਦਾ ਹੈ ਥੋੜਾ। ਤੇ ਫਿਰ 13 ਦੀ ਉਮਰ ਸ਼ੁਰੂ ਹੁੰਦੀ ਹੈ, ਕਿਸ਼ੋਰਾਵਸਥਾ ਵਿੱਚ ਆਉਂਦੀ ਹੈ, ਤਾਂ ਉਹਦੇ 'ਚ ਇੱਕੋ ਦਮ ਵਿਕਾਸ ਹੁੰਦਾ ਹੈ। ਆਪਾਂ ਕਹਿੰਦੇ ਹਾਂ ਵੀ ਵਾਹ ਬਈ ਵਾਹ, ਤੂੰ ਤਾਂ ਵੇਖਦੇ ਹੀ ਵੇਖਦੇ ਕਿੰਨਾ ਵੱਡਾ ਹੋ ਗਿਆ। ਕਿਉਂ? ਕਿਉਂਕਿ ਉਹ ਕਿਸ਼ੋਰਾਵਸਥਾ ਆਉਂਦੀ ਹੈ, ਇੱਕੋ ਦਮ ਉਹਦੇ 'ਚ ਨਵੀਂ ਦਾੜੀ ਮੁੱਛਾਂ, ਉਹਦੇ ਨਵੇਂ ਜਿਹੜੇ ਆਪਾਂ ਨੂੰ ਵਿਕਾਸ ਹੈ ਉਹ ਆਪਾਂ ਨੂੰ ਵਿਖਣ ਲੱਗ ਜਾਂਦੇ ਆ। ਕਿਉਂ? ਕਿਉਂਕਿ ਛੇਤੀ ਵਿਕਾਸ ਹੁੰਦਾ ਤਾਂ ਆਪਾਂ ਨੂੰ ਇੱਕੋ ਦਮ ਵਿਖੂਗਾ, ਆਪਾਂ ਨੂੰ ਅਟਰੈਕਟ ਕਰੂਗਾ। ਕਿਉਂਕਿ ਕਈ ਤਰ੍ਹਾਂ ਦੇ ਹਾਰਮੋਨਲ ਚੇਂਜਸ ਜਿਹੜੇ ਹੁੰਦੇ ਆ, ਉਦੋਂ ਬਾਅਦ 16 ਤੋਂ 18 ਤੱਕ ਆ ਕੇ ਉਹਦਾ ਘੱਟ ਹੋ ਜਾਂਦਾ ਹੈ। 16 ਦੀ ਉਮਰ ਵਿੱਚ ਆ ਕੇ ਆਪਾਂ ਵੇਖਦੇ ਹਾਂ ਜਿਹੜਾ ਬੱਚਾ ਹੈ ਉਹਦੀ ਗਰੋਥ ਹੈ, ਜਿਹੜਾ ਵਿਕਾਸ ਹੈ ਉਹ ਥੋੜਾ ਘੱਟ ਜਾਂਦਾ ਹੈ। ਮਾਨਸਿਕ ਵਿਕਾਸ ਵੀ ਥੋੜਾ ਘੱਟ ਜਾਂਦਾ ਹੈ। ਇੰਨੀ ਜਿਗਿਆਸੂ ਪ੍ਰਵਰਤੀ ਉਹਦੇ ਵਿੱਚ ਨਹੀਂ ਰਹਿੰਦੀ ਕੋਈ ਚੀਜ਼ ਜਾਣਨ ਦੀ, ਜਿੰਨਾ ਕਿ 13 ਤੋਂ 15 ਸਾਲ ਦੇ ਵਿੱਚ ਉਹਦੀ ਜ਼ਿਆਦਾ ਰਹਿੰਦੀ ਹੈ। ਠੀਕ ਹੈ। ਅਗਲਾ ਆਪਾਂ ਜਿਹੜਾ ਸਿਧਾਂਤ ਹੈ ਉਹ ਭਵਿੱਖ ਦਾ ਸਿਧਾਂਤ। ਭਵਿੱਖ ਦਾ ਸਿਧਾਂਤ ਵਿਕਾਸ ਦਾ ਐਂ ਹੈ ਵੀ ਆਪਾਂ ਹੁਣ ਤੋਂ ਜੇਕਰ ਆਪਾਂ ਨੋਟ ਕਰੀਏ ਕਿਸੇ ਬਾਲਕ ਦਾ ਛੋਟੇ ਹੁੰਦਿਆਂ ਤੋਂ ਵੱਡੇ ਹੁੰਦਿਆਂ ਤੱਕ ਵਿਕਾਸ, ਉਹਦੀ ਆਦਤਾਂ ਵੇਖੀਏ, ਉਹਦਾ ਵਿਹਾਰ ਵੇਖੀਏ, ਤਾਂ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਉਹਦੇ ਆਉਣ ਵਾਲੇ ਭਵਿੱਖ ਬਾਰੇ ਵੀ ਇਹਦੀ ਕੀ ਆਦਤ ਰਹੂਗੀ, ਆ ਕੀ ਬਣਨਾ ਚਾਹੁੰਦਾ ਹੈ, ਕੀ ਮਤਲਬ ਉਹਦੇ ਅੱਗੇ ਉਹਦੇ ਲਕਸ਼ ਰਹਿਣਗੇ ਵੀ, ਅੱਗੇ ਕੀ ਕਰੂਗਾ। ਇਹ ਤਾਂ ਵੀ ਸਿਧਾਂਤ ਆਪਾਂ ਬਹੁਤ ਵਿਸਤਾਰ ਨਾਲ ਪੜ੍ਹਾਂਗੇ, ਕਈ ਥਿਊਰੀਆਂ ਪੜ੍ਹਾਂਗੇ, ਉਹਦੇ ਵਿੱਚ ਆਪਾਂ ਬਹੁਤ ਚੰਗੀ ਤਰ੍ਹਾਂ ਇਹਨੂੰ ਸਮਝ ਸਕਦੇ ਹਾਂ। ਆਪਾਂ ਵਿਕਾਸ ਦੇ ਸਿਧਾਂਤ ਪੜ੍ਹੇ ਸੀ। ਥੈਂਕ ਯੂ ਫॉर ਵਾਚਿੰਗ। ਸਬਸਕ੍ਰਾਈਬ ਕਰ ਦਿਓ ਜੀ ਸਾਡੀ ਅਗਲੀ ਵੀਡੀਓ ਲਈ ਨੋਟੀਫਿਕੇਸ਼ਨ। ਇਹ ਸੀਗੇ ਆਪਣੇ ਵਿਕਾਸ ਦੇ ਸਿਧਾਂਤ। ਆਪਣਾ ਬਾਲ ਵਿਕਾਸ ਵੀ ਪੂਰਾ ਹੋਇਆ। ਜੇ ਕੋਈ ਵੀ ਡਾਊਟ ਤੁਹਾਨੂੰ ਨਜ਼ਰ ਆਉਂਦਾ ਹੈ ਇਹਦੇ 'ਚ, ਜਾਂ ਤੁਹਾਨੂੰ ਕੋਈ ਗੱਲ ਨਾ ਸਮਝ ਆਈ ਹੋਵੇ, ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਅਸੀਂ ਉਹਦਾ ਹੱਲ ਤੁਹਾਨੂੰ ਕੱਢ ਕੇ ਦੇਣ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ।